Hello students, this is Rajveer. Welcome back to our channel, The Best English Experts. ਅੱਜ ਆਪਾਂ ਗੱਲ ਕਰਾਂਗੇ ਇੰਗਲਿਸ਼ ਵਿੱਚ ਸੈਂਟੈਂਸ ਬਣਾਉਣ ਵਿੱਚ ਆਉਣ ਵਾਲੀ ਪ੍ਰੋਬਲਮ ਬਾਰੇ। ਬਹੁਤ ਸਾਰੇ ਸਟੂਡੈਂਟਸ ਨੂੰ ਪੰਜਾਬੀ ਵਿੱਚ ਆਪਣੀ ਗੱਲ ਸਪਸ਼ਟ ਸ਼ਬਦਾਂ ਵਿੱਚ ਕਹਿਣੀ ਆਉਂਦੀ ਹੈ, ਪਰ ਜਦੋਂ ਉਹ ਇੰਗਲਿਸ਼ ਵਿੱਚ ਟਰਾਂਸਲੇਟ ਕਰਨ ਲੱਗਦੇ ਹਨ ਤਾਂ ਕਨਫਿਊਜ਼ ਹੋ ਜਾਂਦੇ ਹਨ। ਇਸ ਕਨਫਿਊਜ਼ਨ ਦਾ ਪੱਕਾ ਹੱਲ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੀ, ਜੋ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਇਸ ਲਈ ਇੱਕ ਸੌਖਾ ਤਰੀਕਾ ਹੈ ਸਭ ਤੋਂ ਪਹਿਲਾਂ ਇਸ ਦੀ ਬਣਤਰ ਨੂੰ ਸਮਝਣਾ। ਜੋ ਇੰਗਲਿਸ਼ ਦਾ ਸੈਂਟੈਂਸ ਸਟਰਕਚਰ ਹੈ ਉਹ ਹੈ ਸਭ ਤੋਂ ਪਹਿਲਾਂ ਸਬਜੈਕਟ, ਵਰਬ, ਆਬਜੈਕਟ। ਜੇ ਆਪਾਂ ਐਕਟਿਵ ਸੈਂਟੈਂਸ ਬਣਾਉਣਾ ਹੋਵੇ ਉਹਦਾ ਸਿੰਪਲ ਫਾਰਮੂਲਾ ਸਬਜੈਕਟ, ਵਰਬ, ਆਬਜੈਕਟ ਹੈ। ਮੀਨਸ ਸਭ ਤੋਂ ਪਹਿਲਾਂ ਸਬਜੈਕਟ ਲਿਖਾਂਗੇ, ਫਿਰ ਵਰਬ ਤੇ ਆਬਜੈਕਟ। ਬਟ ਪੰਜਾਬੀ ਦਾ ਜੋ ਸਟਰਕਚਰ ਹੈ ਉਸ ਨੂੰ ਬਣਾਉਣ ਲਈ ਪਹਿਲਾਂ ਕਰਤਾ ਮੀਨਸ ਸਬਜੈਕਟ, ਦੈਨ ਕਰਮ ਮੀਨਸ ਆਬਜੈਕਟ, ਦੈਨ ਲਾਸਟ ਵਿੱਚ ਫਿਰ ਕਿਰਿਆ ਮੀਨਸ ਵਰਬ। ਜੋ ਪੰਜਾਬੀ ਦਾ ਸਟਰਕਚਰ ਹੈ ਉਹ ਕਰਤਾ, ਕਰਮ, ਕਿਰਿਆ ਮੀਨਸ ਸਬਜੈਕਟ, ਆਬਜੈਕਟ, ਵਰਬ ਨਾਲ ਹੈ, ਤੇ ਇੰਗਲਿਸ਼ ਦਾ ਸਟਰਕਚਰ ਹੈ ਜੋ ਉਹ ਸਬਜੈਕਟ, ਵਰਬ, ਆਬਜੈਕਟ ਹੈ। ਹੁਣ ਆਪਾਂ ਐਗਜ਼ਾਮਪਲ ਨਾਲ ਇਸ ਨੂੰ ਹੋਰ ਕਲੀਅਰ ਕਰਦੇ ਹਾਂ। ਜਿਵੇਂ ਕਿ ਪੰਜਾਬੀ ਵਿੱਚ ਅਰਨੀਤ ਫੁੱਟਬਾਲ ਖੇਡਦੀ ਹੈ। ਅਰਨੀਤ ਕੀ ਹੈ? ਕਰਤਾ, ਫੁੱਟਬਾਲ ਕਰਮ, ਤੇ ਖੇਡਦੀ ਹੈ ਮੀਨਸ ਕਿਰਿਆ। ਤੋ ਜੋ ਪੰਜਾਬੀ ਦਾ ਸਟਰਕਚਰ ਹੈ ਕਰਤਾ, ਕਰਮ, ਕਿਰਿਆ। ਜਦੋਂ ਆਪਾਂ ਇਸੇ ਸੈਂਟੈਂਸ ਨੂੰ ਐਜ਼ ਇਟ ਇਜ਼ ਇੰਗਲਿਸ਼ 'ਚ ਕਨਵਰਟ ਕਰਦੇ ਹਾਂ ਤਾਂ ਮੀਨਸ ਦੇਖੋ ਅਰਨੀਤ ਫੁੱਟਬਾਲ ਪਲੇਜ਼, ਜੋ ਕਿ ਇੰਗਲਿਸ਼ ਦੇ ਮੁਤਾਬਿਕ ਜੋ ਸੈਂਟੈਂਸ ਹੈ ਉਹ ਗਲਤ ਹੈ, ਕਿਉਂਕਿ ਜੋ ਇੰਗਲਿਸ਼ ਦਾ ਸੈਂਟੈਂਸ ਸਟਰਕਚਰ ਹੈ ਉਹ ਕੀ ਹੈ? ਸਬਜੈਕਟ, ਵਰਬ, ਆਬਜੈਕਟ। ਮੀਨਸ ਸਭ ਤੋਂ ਪਹਿਲਾਂ ਅਰਨੀਤ, ਦੈਨ ਖੇਡਦੀ ਹੈ, ਦੈਨ ਫੁੱਟਬਾਲ। ਆਪਾਂ ਇਹਨੂੰ ਕਿਵੇਂ ਟਰਾਂਸਲੇਟ ਕਰਾਂਗੇ? ਅਰਨੀਤ ਪਲੇਜ਼ ਫੁੱਟਬਾਲ। ਹੁਣ ਆਪਾਂ ਗੱਲ ਕਰਦੇ ਹਾਂ ਸਬਜੈਕਟ ਔਰ ਆਬਜੈਕਟ ਮਿਸਿੰਗ ਸੈਂਟੈਂਸਸ ਦੀ। ਜ਼ਰੂਰੀ ਨਹੀਂ ਕਿ ਹਰ ਇੱਕ ਸੈਂਟੈਂਸ ਵਿੱਚ ਸਬਜੈਕਟ ਔਰ ਆਬਜੈਕਟ ਦੋਨੋਂ ਹੀ ਹੋਣ। ਕਈ ਵਾਰੀ ਕਿਸੇ ਸੈਂਟੈਂਸ ਵਿੱਚ ਸਬਜੈਕਟ ਮਿਸਿੰਗ ਹੁੰਦਾ ਹੈ ਤੇ ਕਈ ਵਾਰੀ ਕਿਸੇ ਸੈਂਟੈਂਸ ਵਿੱਚ ਆਬਜੈਕਟ ਮਿਸਿੰਗ ਹੁੰਦਾ ਹੈ। ਪਰ ਜੋ ਗੱਲ ਯਾਦ ਰੱਖਣ ਲਾਇਕ ਹੈ ਉਹ ਇਹ ਹੈ, ਚਾਹੇ ਦੂਜਾ ਕੋਈ ਵੀ ਪਾਰਟ ਮਿਸਿੰਗ ਹੋਵੇ, ਬਟ ਜੇ ਸਪੋਜ਼ ਕਰੋ ਤੁਹਾਡਾ ਆਬਜੈਕਟ ਮਿਸਿੰਗ ਹੈ ਤਾਂ ਤੁਹਾਡਾ ਸਬਜੈਕਟ ਤੋਂ ਬਾਅਦ ਹੀ ਵਰਬ ਆਏਗੀ। ਇਹੀ ਆਰਡਰ ਰਹੇਗਾ। ਅਗਰ ਤੁਹਾਡਾ ਸਬਜੈਕਟ ਮਿਸਿੰਗ ਹੈ ਤਾਂ ਵਰਬ ਤੋਂ ਬਾਅਦ ਹੀ ਆਬਜੈਕਟ ਲਿਖੋਗੇ। ਐਵੇਂ ਹੀ ਪੰਜਾਬੀ ਵਿੱਚ ਜੇ ਤੁਹਾਡਾ ਕਰਤਾ ਮਿਸਿੰਗ ਹੈ ਤਾਂ ਕਰਮ ਪਹਿਲਾਂ ਫਿਰ ਕਿਰਿਆ, ਅਗਰ ਕਰਮ ਮਿਸਿੰਗ ਹੈ ਤਾਂ ਕਰਤਾ ਤੋਂ ਬਾਅਦ ਸਿੱਧਾ ਕਿਰਿਆ। ਹੁਣ ਆਪਾਂ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਵੇਂ ਪੰਛੀ ਉੱਡਦੇ ਹਨ, ਇਹਦੇ ਵਿੱਚ ਪੰਛੀ ਕੀ ਹੈ? ਸਬਜੈਕਟ, ਉੱਡਦੇ ਹਨ ਵਰਬ, ਮੀਨਸ ਦ ਬਰਡਸ ਫਲਾਈ। ਇਸ ਵਿੱਚ ਜੋ ਆਬਜੈਕਟ ਹੈ ਅਸਮਾਨ ਉਹ ਮਿਸਿੰਗ ਹੈ, ਫਿਰ ਵੀ ਇਹ ਸੈਂਟੈਂਸ ਇੱਕ ਕੰਪਲੀਟ ਸੈਂਸ ਬਣਾ ਰਿਹਾ ਹੈ। ਦੂਜੀ ਐਗਜ਼ਾਮਪਲ ਹੈ ਘਰ ਜਾਓ। ਘਰ ਜਾਓ ਵਿੱਚ ਸਬਜੈਕਟ ਮਿਸਿੰਗ ਹੈ, ਬਟ ਫਿਰ ਵੀ ਇਹ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਸ ਬਣਾ ਰਿਹਾ ਹੈ। ਜਿਵੇਂ ਗੋ ਹੋਮ, ਇੱਥੇ ਗੋ ਤੋਂ ਬਾਅਦ ਹੀ ਆਬਜੈਕਟ ਯੂਜ਼ ਹੋਇਆ ਹੈ, ਇੱਥੇ ਸਬਜੈਕਟ ਵਰਬ ਤੋਂ ਪਹਿਲਾਂ ਯੂਜ਼ ਕੀਤਾ ਗਿਆ ਹੈ। ਆਈ ਥਿੰਕ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਊਗੀ ਕਿ ਆਪਾਂ ਜਦੋਂ ਵੀ ਇੰਗਲਿਸ਼ ਜਾਂ ਪੰਜਾਬੀ ਦਾ ਸੈਂਟੈਂਸ ਬਣਾਉਣਾ ਹੈ ਉਸ ਦੀ ਬਣਤਰ ਕਿਸ ਤਰ੍ਹਾਂ ਰੱਖਣੀ ਹੈ। ਥੈਂਕ ਯੂ, ਬਾਏ ਬਾਏ।